ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਪੀਐਸਟੀਟੀ ਸੀਟੀਐਟ ਪ੍ਰੈਪ ਤੇ। ਦੇਖੋ, ਜੇ ਸੀਟੈਟ ਜਾਂ ਪੀਐਸਟੀਟੀ ਵਿੱਚ ਪੈਡਾਗੋਜੀ ਸੈਕਸ਼ਨ ਨੂੰ ਕ੍ਰੈਕ ਕਰਨਾ ਹੈ ਤਾਂ ਇੱਕ ਗੱਲ ਪੱਕੀ ਹੈ, ਮਲਟੀਲਿੰਗੁਅਲਿਜ਼ਮ ਯਾਨੀ ਕਿ ਬਹੁਭਾਸ਼ਾਈਵਾਦ ਇਸ ਟੌਪਿਕ ਤੋਂ ਸਵਾਲ ਆਣਾ ਹੀ ਆਣਾ ਹੈ। ਤੇ ਅੱਜ ਆਪਾਂ ਇਸ ਕਨਸੈਪਟ ਨੂੰ ਇੱਦਾਂ ਸਮਝਾਂਗੇ ਕਿ ਐਗਜ਼ਾਮ ਵਿੱਚ ਕੋਈ ਵੀ ਸਵਾਲ ਤੁਹਾਡਾ ਗਲਤ ਹੋ ਹੀ ਨਹੀਂ ਸਕਦਾ। ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ, ਕਿਉਂਕਿ ਇਸ ਸੈਸ਼ਨ ਤੋਂ ਬਾਅਦ ਕਲੈਰਿਟੀ ਦੀ ਗਾਰੰਟੀ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਗੱਲ ਨੂੰ ਸਮਝਦੇ ਹਾਂ। ਚਲੋ, ਇੱਕ ਟਿਪੀਕਲ ਇੰਡੀਅਨ ਕਲਾਸਰੂਮ ਨੂੰ ਇਮੇਜਿਨ ਕਰੋ। ਇੱਕ ਬੱਚਾ ਘਰੇ ਪੰਜਾਬੀ ਬੋਲ ਰਿਹਾ, ਦੂਜਾ ਹਿੰਦੀ ਤੇ ਹੋ ਸਕਦਾ ਤੀਜਾ ਹਰਿਆਣਵੀ ਬੋਲਦਾ ਹੋਵੇ। ਹੁਣ ਆ ਜਿਹੜੀ ਡਾਈਵਰਸਿਟੀ ਹੈ ਨਾ, ਇਹ ਇੱਕ ਚੈਲੰਜ ਵੀ ਹੈ ਤੇ ਇੱਕ ਸੁਨਹਿਰੀ ਮੌਕਾ ਵੀ। ਅਸਲ ਸਵਾਲ ਤਾਂ ਟੀਚਰ ਲਈ ਇਹ ਹੈ ਕਿ ਇਸ ਸਿਚੁਏਸ਼ਨ ਨੂੰ ਸਹੀ ਤਰੀਕੇ ਨਾਲ ਹੈਂਡਲ ਕਿਵੇਂ ਕਰਨਾ ਹੈ। ਤੇ ਇਹੀ ਹੈ ਉਹ ਸਵਾਲ ਜਿਸ ਤੇ ਸਾਰੀ ਦੀ ਸਾਰੀ ਇੰਗਲਿਸ਼ ਪੈਡਾਗੋਜੀ ਟਿਕੀ ਹੋਈ ਹੈ ਕਿ ਇੱਕ ਬਹੁਭਾਸ਼ਾਈ ਕਲਾਸਰੂਮ ਵਿੱਚ ਬੱਚੇ ਦੀ ਮਾਂ ਬੋਲੀ ਇੱਕ ਸਮੱਸਿਆ ਹੈ ਜਾਂ ਇੱਕ ਬਹੁਤ ਵੱਡਾ ਰਿਸੋਰਸ। ਇਸ ਸਵਾਲ ਦਾ ਜਵਾਬ ਹੀ ਤੁਹਾਡੀ ਪੂਰੀ ਟੀਚਿੰਗ ਅਪਰੋਚ ਨੂੰ ਡਿਫਾਈਨ ਕਰਦਾ ਹੈ ਤੇ ਐਗਜ਼ਾਮ ਵਿੱਚ ਤੁਹਾਡਾ ਸਕੋਰ ਬਣਾ ਜਾਂ ਵਿਗਾੜ ਸਕਦਾ ਹੈ। ਤਾਂ ਫਿਰ ਅੱਜਕੱਲ੍ਹ ਦੀ ਮਾਡਰਨ ਪੈਡਾਗੋਜੀ ਇਸ ਬਾਰੇ ਕੀ ਕਹਿੰਦੀ ਹੈ ਕਿ ਸਾਨੂੰ ਬੱਚੇ ਨੂੰ ਇੰਗਲਿਸ਼ ਸਿਖਾਉਣ ਲਈ ਉਸ ਦੀ ਮਾਂ ਬੋਲੀ ਨੂੰ ਦਬਾਉਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਇੱਕ ਪੁੱਲ ਵਾਂਗ ਵਰਤਣਾ ਚਾਹੀਦਾ ਹੈ। ਚਲੋ ਪਤਾ ਕਰਦੇ ਹਾਂ ਕਿ ਸਹੀ ਪੈਡਾਗੋਜੀਕਲ ਵਿਊ ਪੁਆਇੰਟ ਕੀ ਹੈ। ਇਸ ਇੱਕ ਲਾਈਨ ਨੂੰ ਬਸ ਆਪਣੇ ਦਿਮਾਗ ਵਿੱਚ ਛਾਪ ਲਓ। ਮਾਂ ਬੋਲੀ ਇੱਕ ਰਿਸੋਰਸ ਹੈ, ਪ੍ਰੋਬਲਮ ਨਹੀਂ। ਇਹ ਅੱਜਕੱਲ੍ਹ ਦੀ ਪੈਡਾਗੋਜੀ ਦਾ ਸਭ ਤੋਂ ਵੱਡਾ ਸਿਧਾਂਤ ਹੈ। ਜੇ ਤੁਹਾਨੂੰ ਇਹ ਕਨਸੈਪਟ ਸਮਝ ਆ ਗਿਆ ਤਾਂ ਸੀਟੈਟ ਤੇ ਇਸ ਟੌਪਿਕ ਤੇ ਬਹੁਤ ਸਾਰੇ ਸਵਾਲ ਬੜੀ ਆਸਾਨੀ ਨਾਲ ਸੋਲਵ ਹੋ ਜਾਣਗੇ। ਇਹੀ ਹੈ ਮੇਨ ਕੀ। ਹੁਣ ਆ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ। ਖੱਬੇ ਪਾਸੇ ਹੈ ਪ੍ਰੋਬਲਮ ਵਿਊ, ਇੱਕ ਪੁਰਾਣੀ ਆਊਟਡੇਟਡ ਸੋਚ ਜਿਸ ਵਿੱਚ ਮਾਂ ਬੋਲੀ ਯਾਨੀ L1 ਨੂੰ ਇੱਕ ਰੁਕਾਵਟ ਮੰਨਿਆ ਜਾਂਦਾ ਹੈ। ਪਰ ਸੱਜੇ ਪਾਸੇ ਦੇਖੋ ਰਿਸੋਰਸ ਵਿਊ। ਇੱਥੇ L1 ਇੱਕ ਮਜ਼ਬੂਤ ਪੁੱਲ ਦਾ ਕੰਮ ਕਰ ਰਹੀ ਹੈ ਜਿਹੜਾ ਤੁਹਾਨੂੰ ਦੂਜੀ ਭਾਸ਼ਾ ਯਾਨੀ L2 ਤੱਕ ਲੈ ਕੇ ਜਾਂਦਾ ਹੈ। ਇਹੀ ਮਾਡਰਨ ਤੇ ਸਹੀ ਅਪਰੋਚ ਹੈ। ਤਾਂ ਫਿਰ ਇੱਥੋਂ ਸਿੱਖਣ ਵਾਲੀ ਮੁੱਖ ਗੱਲ ਕੀ ਹੈ? ਲੈਂਗੁਏਜ ਲਰਨਿੰਗ ਇੱਕ ਐਡੀਸ਼ਨ ਹੈ, ਇੱਕ ਜੋੜ ਹੈ, ਪਲੱਸ ਨਾ ਕਿ ਸਬਸਟ੍ਰੈਕਸ਼ਨ, ਮਾਈਨਸ। ਅਸੀਂ ਬੱਚੇ ਦੀ ਮਾਂ ਬੋਲੀ ਨੂੰ ਇੰਗਲਿਸ਼ ਨਾਲ ਰਿਪਲੇਸ ਨਹੀਂ ਕਰ ਰਹੇ, ਸਗੋਂ ਅਸੀਂ ਉਸ ਦੀ ਪਹਿਲੀ ਭਾਸ਼ਾ ਦੀ ਮਜ਼ਬੂਤ ਨੀਂਹ ਤੇ ਇੱਕ ਨਵੀਂ ਭਾਸ਼ਾ ਜੋੜ ਰਹੇ ਹਾਂ। ਇਸ ਕਨਸੈਪਟ ਨੂੰ ਐਡੀਟਿਵ ਬਾਇਲਿੰਗੁਅਲਿਜ਼ਮ ਕਿਹਾ ਜਾਂਦਾ ਹੈ। ਇਸ ਟਰਮ ਨੂੰ ਐਗਜ਼ਾਮ ਲਈ ਯਾਦ ਰੱਖਣਾ। ਓਕੇ, ਤਾਂ ਥਿਉਰੀ ਤਾਂ ਕਲੀਅਰ ਹੋ ਗਈ, ਪਰ ਇੱਕ ਸਮਾਰਟ ਟੀਚਰ ਇਸ ਨੂੰ ਕਲਾਸਰੂਮ ਵਿੱਚ ਲਾਗੂ ਕਿਵੇਂ ਕਰੇਗਾ? ਚਲੋ ਹੁਣ ਉਹਨਾਂ ਪ੍ਰੈਕਟੀਕਲ ਸਟ੍ਰੈਟੇਜੀਜ਼ ਦੀ ਗੱਲ ਕਰਦੇ ਹਾਂ ਜੋ ਇੱਕ ਟੀਚਰ ਨੂੰ ਬਹੁਭਾਸ਼ਾਈਵਾਦ ਦਾ ਫਾਇਦਾ ਚੁੱਕਣ ਲਈ ਵਰਤਣੀਆਂ ਚਾਹੀਦੀਆਂ ਹਨ। ਆਹ 6 ਸਟ੍ਰੈਟੇਜੀਜ਼ ਇੱਕ ਟੀਚਰ ਦਾ ਟੂਲਕਿਟ ਹਨ। ਪਹਿਲਾ, ਇੱਕ ਇਨਕਲੂਸਿਵ ਇਨਵਾਇਰਨਮੈਂਟ ਬਣਾਓ ਜਿੱਥੇ ਹਰ ਬੱਚੇ ਦਾ ਸਵਾਗਤ ਹੋਵੇ। ਦੂਜਾ, ਮਾਂ ਬੋਲੀ ਨੂੰ ਸਟ੍ਰੈਟੇਜਿਕਲੀ ਵਰਤੋ। ਤੀਜਾ, ਪੀਅਰ ਲਰਨਿੰਗ ਨੂੰ ਐਨਕਰੇਜ ਕਰੋ। ਚੌਥਾ, ਵਿਜ਼ੂਅਲਸ ਦਾ ਸਹਾਰਾ ਲਓ। ਪੰਜਵਾਂ, ਟ੍ਰਾਂਸਲੈਂਗੁਏਜਿੰਗ ਦੀ ਪ੍ਰੈਕਟਿਸ ਕਰੋ। ਤੇ ਛੇਵਾਂ, ਸਿਰਫ ਗ੍ਰਾਮਰ ਤੇ ਨਹੀਂ ਸਗੋਂ ਮਤਲਬ ਸਮਝਾਉਣ ਤੇ ਪਹਿਲਾਂ ਫੋਕਸ ਕਰੋ। ਟ੍ਰਾਂਸਲੈਂਗੁਏਜਿੰਗ, ਇਸ ਵਰਡ ਨੂੰ ਤਾਂ ਹਾਈਲਾਈਟ ਕਰ ਲਓ, ਐਗਜ਼ਾਮ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਬੱਚੇ ਆਪਣੀ ਮਾਂ ਬੋਲੀ L1 ਵਿੱਚ ਸੋਚਦੇ ਹਨ, ਡਿਸਕਸ ਕਰਦੇ ਹਨ ਅਤੇ ਫਿਰ ਫਾਈਨਲ ਆਊਟਪੁੱਟ ਇੰਗਲਿਸ਼ L2 ਵਿੱਚ ਦਿੰਦੇ ਹਨ। ਇਹ ਸੋਚਣ ਤੇ ਬੋਲਣ ਵਿਚਲੇ ਕੌਗਨੀਟਿਵ ਗੈਪ ਨੂੰ ਭਰਨ ਦਾ ਇੱਕ ਬਹੁਤ ਪਾਵਰਫੁਲ ਤਰੀਕਾ ਹੈ। ਤੇ ਆਹ ਸਲਾਈਡ ਪੂਰੀ ਗੱਲ ਨੂੰ ਸਾਫ਼ ਕਰ ਦਿੰਦੀ ਹੈ। ਟੀਚਰ ਦਾ ਰੋਲ ਲੈਂਗੁਏਜ ਪੁਲਿਸ ਬਣਨਾ ਨਹੀਂ ਹੈ। ਟੀਚਰ ਦਾ ਕੰਮ ਡੰਡਾ ਲੈ ਕੇ ਖੜਨਾ ਨਹੀਂ ਹੈ, ਸਗੋਂ ਟੀਚਰ ਇੱਕ ਫੈਸਿਲਿਟੇਟਰ ਹੈ, ਇੱਕ ਕਲਚਰਲ ਮੀਡੀਏਟਰ ਹੈ, ਇੱਕ ਲੈਂਗੁਏਜ ਸਪੋਰਟਰ ਹੈ ਤੇ ਸਭ ਤੋਂ ਜ਼ਰੂਰੀ ਇੱਕ ਕੌਨਫੀਡੈਂਸ ਬਿਲਡਰ ਹੈ। ਚਲੋ ਹੁਣ ਅਗਲੇ ਹਿੱਸੇ ਵੱਲ ਵਧਦੇ ਹਾਂ। ਹੁਣ ਆਪਾਂ ਸਿੱਧਾ ਐਗਜ਼ਾਮ ਸਟ੍ਰੈਟੇਜੀ ਤੇ ਫੋਕਸ ਕਰਾਂਗੇ। ਐਗਜ਼ਾਮੀਨਰ ਇਸ ਕਨਸੈਪਟ ਤੇ ਸਵਾਲ ਕਿਵੇਂ ਬਣਾਉਂਦੇ ਹਨ ਤੇ ਤੁਸੀਂ ਉਹਨਾਂ ਦੇ ਜਾਲ ਵਿੱਚ ਫਸਣ ਤੋਂ ਕਿਵੇਂ ਬਚਣਾ ਹੈ। ਇਸ ਟੇਬਲ ਨੂੰ ਬਹੁਤ ਧਿਆਨ ਨਾਲ ਦੇਖੋ। ਜਿਹੜੇ ਗਲਤ ਆਪਸ਼ਨਸ ਹੋਣਗੇ ਉਹਨਾਂ ਵਿੱਚ ਹਮੇਸ਼ਾ ਇੰਗਲਿਸ਼ ਓਨਲੀ ਪਾਲਿਸੀ ਜਾਂ ਪਨਿਸ਼ L1 ਯੂਜ਼ ਵਰਗੇ ਨੈਗੇਟਿਵ ਕੀਵਰਡਸ ਹੋਣਗੇ, ਜਦਕਿ ਸਹੀ ਆਪਸ਼ਨਸ ਹਮੇਸ਼ਾ ਪੋਜ਼ਿਟਿਵ ਤੇ ਇਨਕਲੂਸਿਵ ਹੋਣਗੇ, ਜਿਵੇਂ ਜੁਡੀਸ਼ੀਅਸ ਯੂਜ਼ ਆਫ L1 ਜਾਂ ਯੂਜ਼ ਡਾਈਵਰਸਿਟੀ ਐਜ਼ ਅ ਰਿਸੋਰਸ। ਬਸ ਇਹੀ ਪੈਟਰਨ ਤੁਹਾਨੂੰ ਐਗਜ਼ਾਮ ਵਿੱਚ ਪਛਾਣਨਾ ਹੈ। ਲੋ ਜੀ, ਹੁਣ ਸਮਾਂ ਆ ਗਿਆ ਹੈ ਇਹ ਟੈਸਟ ਕਰਨ ਦਾ ਕਿ ਅਸੀਂ ਕੀ ਸਿੱਖਿਆ ਹੈ। ਚਲੋ ਕੁਝ MCQs ਦੀ ਪ੍ਰੈਕਟਿਸ ਕਰਦੇ ਹਾਂ ਤਾਂ ਕਿ ਇਸ ਸਾਰੇ ਕਨਸੈਪਟਸ ਬਿਲਕੁਲ ਕ੍ਰਿਸਟਲ ਕਲੀਅਰ ਹੋ ਜਾਣ। ਪਹਿਲਾ ਸਵਾਲ, NCF 2005 ਦੇ ਅਨੁਸਾਰ ਇੱਕ ਲੈਂਗੁਏਜ ਕਲਾਸਰੂਮ ਵਿੱਚ ਬਹੁਭਾਸ਼ਾਈਵਾਦ ਨੂੰ ਕਿਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ? ਸੋਚੋ ਇਸ ਦੇ ਜਵਾਬ ਬਾਰੇ। ਕੀ ਇਹ ਇੱਕ ਰੁਕਾਵਟ ਹੈ, ਇੱਕ ਰਿਸੋਰਸ ਹੈ, ਇੱਕ ਚੈਲੰਜ ਹੈ ਜਾਂ ਇੱਕ ਡਿਸਟਰੈਕਸ਼ਨ ਹੈ?
ਸਹੀ ਜਵਾਬ ਹੈ B, ਅ ਰਿਸੋਰਸ। ਕਿਉਂ? ਕਿਉਂਕਿ NCF 2005 ਅਤੇ ਮਾਡਰਨ ਪੈਡਾਗੋਜੀ ਦੋਵੇਂ ਹੀ ਬਹੁਭਾਸ਼ਾਈਵਾਦ ਨੂੰ ਇੱਕ ਕੀ ਐਸੈਟ, ਇੱਕ ਵੱਡੀ ਪੂੰਜੀ ਮੰਨਦੇ ਹਨ। ਬਾਕੀ ਦੇ ਆਪਸ਼ਨਸ ਜਿਵੇਂ ਹਿੰਡਰੈਂਸ, ਚੈਲੰਜ, ਡਿਸਟਰੈਕਸ਼ਨ ਇਹ ਸਾਰੇ ਨੈਗੇਟਿਵ ਕੀਵਰਡਸ ਹਨ ਜਿਹੜੇ ਪੁਰਾਣੀ ਤੇ ਗਲਤ ਸੋਚ ਨੂੰ ਦਰਸਾਉਂਦੇ ਹਨ। ਅਗਲਾ ਸਵਾਲ। ਇੱਕ ਟੀਚਰ ਆਪਣੇ ਵਿਦਿਆਰਥੀਆਂ ਨੂੰ ਪਹਿਲਾਂ ਮਾਂ ਬੋਲੀ ਵਿੱਚ ਸੋਚਣ ਲਈ ਕਹਿੰਦੀ ਹੈ ਅਤੇ ਫਿਰ ਆਪਣੇ ਵਿਚਾਰਾਂ ਨੂੰ ਇੰਗਲਿਸ਼ ਵਿੱਚ ਐਕਸਪ੍ਰੈਸ ਕਰਨ ਲਈ। ਇਸ ਸਟ੍ਰੈਟੇਜੀ ਨੂੰ ਕੀ ਕਿਹਾ ਜਾਂਦਾ ਹੈ? ਸਹੀ ਜਵਾਬ ਹੈ C, ਟ੍ਰਾਂਸਲੈਂਗੁਏਜਿੰਗ। ਇਹ ਇਸ ਦੀ ਬਿਲਕੁਲ ਸਹੀ ਡੈਫੀਨੇਸ਼ਨ ਹੈ। L1 ਨੂੰ ਇਨਫੋਰਮੇਸ਼ਨ ਪ੍ਰੋਸੈਸ ਕਰਨ ਲਈ ਵਰਤਣਾ ਅਤੇ L2 ਨੂੰ ਪ੍ਰੋਡਿਊਸ ਕਰਨ ਲਈ। ਲੈਂਗੁਏਜ ਸਬਟ੍ਰੈਕਸ਼ਨ ਇਹ ਤਾਂ ਇਸ ਦਾ ਉਲਟਾ ਹੋ ਗਿਆ। ਕੋਡ ਸਵਿਚਿੰਗ B ਹੁੰਦਾ ਹੈ ਜਦੋਂ ਤੁਸੀਂ ਇੱਕੋ ਸੈਂਟੈਂਸ ਵਿੱਚ ਦੋ ਭਾਸ਼ਾਵਾਂ ਨੂੰ ਮਿਕਸ ਕਰਦੇ ਹੋ, ਤੇ ਡਾਇਰੈਕਟ ਮੈਥਡ D ਵਿੱਚ ਤਾਂ ਅਕਸਰ L1 ਦੀ ਵਰਤੋਂ ਤੇ ਪਾਬੰਦੀ ਹੁੰਦੀ ਹੈ। ਧਿਆਨ ਨਾਲ ਪੜ੍ਹਨਾ ਹੈ। ਇਹ ਸਵਾਲ ਪੁੱਛ ਰਿਹਾ ਹੈ ਕਿ ਇੱਕ ਬਹੁਭਾਸ਼ਾਈ ਕਲਾਸਰੂਮ ਵਿੱਚ ਟੀਚਰ ਲਈ ਕਿਹੜੀ ਸਟ੍ਰੈਟੇਜੀ ਗਲਤ ਯਾਨੀ ਇਨਅਪਰੋਪ੍ਰੀਏਟ ਹੈ। ਬਿਲਕੁਲ ਸਹੀ ਜਵਾਬ ਹੈ C, ਮਾਂ ਬੋਲੀ ਦੀ ਵਰਤੋਂ ਤੇ ਸਖਤੀ ਨਾਲ ਪਾਬੰਦੀ ਲਗਾਉਣਾ। ਇਹ ਇੱਕ ਨੈਗੇਟਿਵ, ਨਾਨ ਇਨਕਲੂਸਿਵ ਅਤੇ ਬਿਲਕੁਲ ਬੇਅਸਰ ਸਟ੍ਰੈਟੇਜੀ ਹੈ। ਬਾਕੀ ਤਿੰਨੋਂ ਆਪਸ਼ਨਸ ਤਾਂ ਬਹੁਤ ਹੀ ਵਧੀਆ ਤੇ ਪੋਜ਼ਿਟਿਵ ਸਟ੍ਰੈਟੇਜੀਜ਼ ਹਨ। ਤਾਂ ਇੱਕ ਗੱਲ ਪੱਕੀ ਕਰ ਲਓ, L1 ਤੇ ਪਾਬੰਦੀ ਲਗਾਉਣਾ ਹਮੇਸ਼ਾ ਗਲਤ ਅਪਰੋਚ ਹੈ। ਚੌਥਾ ਸਵਾਲ L1 ਇੰਟਰਫੇਰੈਂਸ ਬਾਰੇ ਹੈ। ਇਹ ਕਦੋਂ ਹੁੰਦਾ ਹੈ? ਆਪਸ਼ਨਸ ਨੂੰ ਧਿਆਨ ਨਾਲ ਦੇਖੋ। ਹਾਂਜੀ, ਸਹੀ ਜਵਾਬ ਹੈ B। ਇਹ L1 ਇੰਟਰਫੇਰੈਂਸ ਦੀ ਟੈਕਸਟਬੁੱਕ ਡੈਫੀਨੇਸ਼ਨ ਹੈ, ਜਦੋਂ ਪਹਿਲੀ ਭਾਸ਼ਾ ਦੇ ਪੈਟਰਨ ਦੂਜੀ ਭਾਸ਼ਾ ਸਿੱਖਣ ਤੇ ਅਸਰ ਪਾਉਂਦੇ ਹਨ। ਯਾਦ ਰੱਖਣਾ, L1 ਇੰਟਰਫੇਰੈਂਸ ਸਿੱਖਣ ਦੀ ਪ੍ਰਕਿਰਿਆ ਦਾ ਇੱਕ ਕੁਦਰਤੀ ਹਿੱਸਾ ਹੈ, ਇਸ ਲਈ ਬੱਚੇ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਆਖਰੀ ਸਵਾਲ ਇੱਕ ਸਿਨਾਰੀਓ ਬੇਸਡ ਸਵਾਲ ਹੈ। ਇੱਕ ਟੀਚਰ ਵਿਦਿਆਰਥੀ ਨੂੰ ਕਹਿੰਦੀ ਹੈ, ਤੁਹਾਡਾ ਐਕਸੈਂਟ ਠੀਕ ਨਹੀਂ ਹੈ, ਸਹੀ ਇੰਗਲਿਸ਼ ਬੋਲੋ। ਇਹ ਟੀਚਰ ਬਾਰੇ ਕੀ ਦਰਸਾਉਂਦਾ ਹੈ? ਇਸ ਦਾ ਸਹੀ ਜਵਾਬ ਹੈ B, ਕਿ ਟੀਚਰ ਬਹੁਭਾਸ਼ਾਈ ਪੈਡਾਗੋਜੀ ਦੇ ਸਿਧਾਂਤਾਂ ਤੋਂ ਅਣਜਾਣ ਹੈ। ਕਿਸੇ ਦੇ ਐਕਸੈਂਟ ਦੀ ਆਲੋਚਨਾ ਕਰਨਾ, ਲਿੰਗੁਇਸਟਿਕ ਡਾਇਵਰਸਿਟੀ ਦਾ ਨਿਰਾਦਰ ਕਰਨਾ ਹੈ ਅਤੇ ਇੱਕ ਨਾਨ ਇਨਕਲੂਸਿਵ ਮਾਹੌਲ ਬਣਾਉਂਦਾ ਹੈ। ਇਹ ਕੰਮ ਬੱਚੇ ਨੂੰ ਡੀਮੋਟੀਵੇਟ ਕਰਦਾ ਹੈ, ਕੋਈ ਮਦਦ ਨਹੀਂ ਕਰਦਾ ਅਤੇ ਕਮਿਊਨੀਕੇਸ਼ਨ ਦੀ ਬਜਾਏ ਪਰਫੈਕਸ਼ਨ ਤੇ ਫੋਕਸ ਕਰਦਾ ਹੈ। ਤਾਂ ਫਿਰ ਅੱਜ ਦੇ ਇਸ ਐਨਾਲਿਸਿਸ ਤੋਂ ਬਾਅਦ ਸਵਾਲ ਇਹ ਹੈ ਕਿ ਤੁਸੀਂ ਇੱਕ ਭਵਿੱਖ ਦੇ ਟੀਚਰ ਹੋਣ ਦੇ ਨਾਤੇ ਆਪਣੀ ਕਲਾਸ ਨੂੰ ਵੱਖ-ਵੱਖ ਭਾਸ਼ਾਵਾਂ ਦੇ ਇਕੱਠ ਤੋਂ ਇੱਕ ਪਾਵਰਫੁਲ ਲਰਨਿੰਗ ਰਿਸੋਰਸ ਵਿੱਚ ਕਿਵੇਂ ਬਦਲੋਗੇ? ਯਾਦ ਰੱਖਣਾ, ਹਰ ਭਾਸ਼ਾ ਇੱਕ ਤਾਕਤ ਹੈ। ਜੇ ਤੁਸੀਂ ਆਪਣੀ ਤਿਆਰੀ ਨੂੰ ਲੈ ਕੇ ਸੀਰੀਅਸ ਹੋ ਤਾਂ ਇਸ ਐਨਾਲਿਸਿਸ ਨੂੰ ਦੂਜੇ ਸੀਰੀਅਸ ਐਸਪੀਰੈਂਟਸ ਨਾਲ ਜ਼ਰੂਰ ਸ਼ੇਅਰ ਕਰੋ। ਹੋਰ PYQ ਬੇਸਡ ਡੀਪ ਡਾਈਵਸ ਲਈ PSTT CTET ਪ੍ਰੈਪ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਅਗਲੀ ਵਾਰ।